ਸਾਹਿਬ ਜੀਓ। ਪਰਮ ਸਨਮਾਨਯੋਗ ਸਾਹਿਬ ਕਮਾਲ ਦੀਨ ਦੁਨੀ ਦੇ ਰਹਿਬਰ, ਮਨੁੱਖਤਾ ਦੇ ਮਾਰਗਦਰਸ਼ਕ, ਪਰਮਾਤਮਾ ਵੱਲੋਂ ਸੰਸਾਰ ਨੂੰ ਭੇਂਟ ਕੀਤੇ ਹੋਏ ਸੱਚੇ ਅਖਲੀਕੀ ਮੋਤੀਆਂ ਦੇ ਬੇਨਜ਼ੀਰ ਖਜ਼ਾਨੇ, ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਕੱਤਕ ਦਾ ਮਹੀਨਾ ਆਰੰਭ ਹੋਇਆ, ਸੰਗਰਾਂਦ ਦਾ ਪੂਰਨਮਾਸ਼ੀ ਦਾ ਪਾਵਨ ਪਵਿੱਤਰ ਦਿਹਾੜਾ ਹੈ। ਅੰਮ੍ਰਿਤ ਵੇਲੇ ਤੋਂ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਹੋ। ਭਾਈ ਸਾਹਿਬ ਜਸਪਾਲ ਸਿੰਘ ਜੀ, ਉਹਨਾਂ ਪਾਸੋਂ ਆਪ ਜੀ ਕੱਤਕ ਦੇ ਮਹੀਨੇ ਦੇ ਸੰਬੰਧ ਵਿੱਚ ਵਿਚਾਰਾ ਸਰਵਣ ਕਰ ਰਹੇ ਸੀ। ਸਤਿਗੁਰਾਂ ਦੇ ਪਾਵਨ ਬਚਨ ਹਨ, ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਔਰ ਇਸੇ ਮਹੀਨੇ ਦੀ ਪਾਵਨ ਪਵਿੱਤਰ ਬਚਨ ਸਰਵਣ ਕਰਾਉਂਦੇ ਆ ਸਤਿਗੁਰੂ ਅਖੀਰਲੀ ਪੰਕਤੀ ਵਿੱਚ ਕਹਿੰਦੇ, ਕੱਤਕ ਹੋਵੇ ਸਾਧ ਸੰਗ ਤਾਂ ਬਿਨਸੈ ਸਭੇ ਸੋਚ। ਕਰਮ ਕੀ ਹੈ ਔਰ ਕਰਮ ਕਿਸ ਤਰ੍ਹਾਂ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ, ਕਰਮਾਂ ਦੇ ਫਲ ਕਿਸ ਤਰ੍ਹਾਂ ਮਿਲਦੇ ਹਨ, ਔਰ ਕਰਮ ਕੀਤਾ ਹੋਇਆ ਜੀਵਨ ਦੇ ਵਿੱਚ ਸਾਡੇ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਜਾਂਦਾ ਹੈ। ਕਈ ਮਨੁੱਖਾਂ ਦੇ ਐਸੇ ਵੀ ਸਵਾਲ ਹੁੰਦੇ ਨੇ ਵੀ ਇੱਕ ਛੋਟਾ ਜਿਹਾ ਬੱਚਾ ਜੋ ਹਜੇ ਜਨਮ ਹੀ ਲੈਂਦਾ ਹੈ, ਉਹਨੇ ਕਿਹੜਾ ਇਹੋ ਜਿਹਾ ਮਾੜਾ ਕਰਮ ਕੀਤਾ ਕਿ ਉਸ ਦੇ ਜੀਵਨ ਦੇ ਵਿੱਚ ਕੋਈ ਦੁੱਖ ਆ ਜਾਂਦਾ, ਕੋਈ ਪੀੜਾ ਆ ਜਾਂਦੀ। ਹਜੇ ਤਾਂ ਉਹਨੇ ਦੁਨੀਆ ਦੇਖੀ ਉਹ ਨਹੀਂ ਹੈ। ਔਰ ਜਦੋਂ ਕੋਈ ਸੰਸਾਰ ਦੇ ਵਿੱਚ ਦੁੱਖ ਪਾਉਂਦਾ ਹੈ ਜਾਂ ਸੁੱਖ ਪਾਉਂਦਾ ਹੈ, ਅਸੀਂ ਕਹਿੰਦੇ ਹਾਂ ਵੀ ਇਹ ਇਹਦੇ ਮਾੜੇ ਜਾਂ ਚੰਗੇ ਕਰਮਾਂ ਦਾ ਨਤੀਜਾ ਹੈ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਹੈ, ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ, ਉਸ ਬਾਣੀ ਅੰਦਰ ਵੱਖੋ ਵੱਖਰੇ ਸਤਿਗੁਰਾਂ ਦੁਆਰਾ ਚੁਣੇ ਹੋਏ ਭਗਤਾਂ ਦੀ ਬਾਣੀ, ਭਗਤਾਂ ਦੀ ਬਾਣੀ ਦੇ ਵਿੱਚ ਬਾਬਾ ਫਰੀਦ ਜੀ ਦੀ ਪਾਵਨ ਬਾਣੀ ਜ਼ਿਕਰ ਕਰਦੀ ਹੈ, ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਇਹ ਬਚਨ ਕਹਿੰਦੇ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਦੋਂ ਜਪਜੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਅਸੀਂ ਪੜ੍ਹਦੇ ਹਾਂ, 5 ਖੰਡਾਂ ਦਾ ਉਸ ਵਿੱਚ ਜ਼ਿਕਰ ਆਉਂਦਾ ਹੈ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਔਰ ਜੋ ਚੌਥਾ ਔਰ 5ਵਾਂ ਖੰਡ ਹੈ ਉਹ ਇੱਕੋ ਪੌੜੀ ਦੇ ਵਿੱਚ ਹੈ, 37ਵੀਂ ਪੌੜੀ। 34, 35, 36 ਇਹ 3 ਪੌੜੀਆਂ ਦੇ ਵਿੱਚ ਵੱਖੋ ਵੱਖਰੇ 3 ਖੰਡਾਂ ਦਾ ਜ਼ਿਕਰ ਹੈ। ਔਰ 37ਵੀਂ ਪੌੜੀ ਦੇ ਵਿੱਚ ਕਰਮ ਖੰਡ ਔਰ ਸੱਚ ਖੰਡ, ਚੌਥਾ ਔਰ 5ਵਾਂ ਖੰਡ, ਇਹਨਾਂ ਦੋਨਾਂ ਦਾ ਜ਼ਿਕਰ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿੱਥੇ ਕਰਮ ਖੰਡ ਦਾ ਜ਼ਿਕਰ ਕਰਦੇ, ਉੱਥੇ ਕਹਿੰਦੇ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਜੋਗ ਦਾ ਅਰਥ ਹੈ ਯੋਗ, ਚੰਗਾ ਨਹੀਂ ਹੈ, ਸਹੀ ਨਹੀਂ ਹੈ, ਠੀਕ ਨਹੀਂ ਹੈ, ਕਿਸੇ ਹੋਰ ਨੂੰ ਦੋਸ਼ ਦੇਣਾ। ਦੋਸ਼ ਕਰਮਾ ਆਪਣੇ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ।
ਜਦੋਂ ਚੌਥਾ ਖੰਡ ਜੀਵਨ ਵਿੱਚ ਵਾਪਰਦਾ ਹੈ, ਪਹਿਲੇ 3 ਖੰਡ ਜਿਹੜੇ ਨੇ ਉਹ ਸਰੀਰ ਨਾਲ ਸੰਬੰਧਿਤ ਨੇ। ਗਿਆਨ ਖੰਡ, ਉਸ ਤੋਂ ਪਹਿਲਾਂ ਧਰਮ ਖੰਡ, ਔਰ ਗਿਆਨ ਖੰਡ ਤੋਂ ਬਾਅਦ ਸ਼ਰਮ ਖੰਡ। ਇਹ ਤਿੰਨੇ ਸਰੀਰ ਨਾਲ ਸੰਬੰਧਿਤ ਨੇ। ਜਿਹੜਾ ਚੌਥਾ ਔਰ ਪੰਜਵਾਂ ਖੰਡ ਹੈ ਇਹ ਸਰੀਰ ਨਾਲ ਸੰਬੰਧਿਤ ਨਹੀਂ, ਉੱਥੇ ਸਰੀਰ ਨਹੀਂ ਹੁੰਦਾ। ਜਿਹੜੇ ਪਹਿਲੇ 3 ਖੰਡ ਨੇ, ਗਿਆਨ ਖੰਡ, ਗਿਆਨ ਖੰਡ ਤੋਂ ਪਹਿਲਾਂ ਧਰਮ ਖੰਡ, ਔਰ ਗਿਆਨ ਖੰਡ ਤੋਂ ਬਾਅਦ ਸ਼ਰਮ ਖੰਡ। ਧਰਮ ਖੰਡ ਹੈ ਰਾਤੀ ਰੋਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ। ਗੁਰੂ ਸਾਹਿਬ ਕਹਿੰਦੇ ਵੀ ਇਸ ਸੰਸਾਰ ਵਿੱਚ ਅਸੀਂ ਸਾਰੇ ਧਰਮ ਕਮਾਉਣ ਆਏ ਹੋਏ ਹਾਂ। ਇਹ ਸੰਸਾਰ ਇੱਕ ਧਰਮਸ਼ਾਲਾ ਹੈ। ਇੱਥੇ ਅਸੀਂ ਧਰਮ ਸਿੱਖਣ ਆਏ, ਧਰਮ ਸਿਖਾਉਣ ਆਏ ਹਾਂ। ਅਖੀਰ ਦੇ ਵਿੱਚ ਜਾ ਕੇ ਜਦੋਂ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਸ਼ਲੋਕ ਉਚਾਰਨ ਕਰਦੇ ਨੇ, ਉੱਥੇ ਗੁਰੂ ਸਾਹਿਬ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਧਰਮ ਸਾਹਮਣੇ ਰੱਖੇ ਹੈ, ਧਰਮ ਨੂੰ ਸਾਹਮਣੇ ਰੱਖ ਕੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਰਮ ਕੀਤੇ ਨੇ, ਉਹਨਾਂ ਦਾ ਜੀਵਨ ਧਰਮ ਦੇ ਮੁਤਾਬਿਕ ਹੁੰਦਾ ਹੈ ਕਿ ਧਰਮ ਕੀ ਕਹਿ ਰਿਹਾ ਹੈ। ਹੁਣ ਧਰਮ ਕੀ ਕਹਿ ਰਿਹਾ ਹੈ ਇਹ ਕਿੱਥੋਂ ਪਤਾ ਲੱਗੂਗਾ? ਧਰਮ ਕੀ ਕਹਿ ਰਿਹਾ ਹੈ ਇਹਦੀ ਜਾਣਕਾਰੀ ਕਿੱਥੋਂ ਹੋਵੇਗੀ? ਧਰਮ ਦੀ ਜਾਣਕਾਰੀ ਗੁਰੂ ਹੀ ਦੇ ਸਕਦੇ। ਗੁਰੂ ਰਾਹੀਂ ਹੀ ਧਰਮ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ, ਔਰ ਉਹ ਵੀ ਸੱਚਾ ਗੁਰੂ, ਜਿਸ ਨੂੰ ਆਪ ਨੂੰ ਧਰਮ ਦਾ ਗਿਆਨ ਹੋਵੇ, ਜਿਸ ਨੂੰ ਆਪ ਨੂੰ ਧਰਮ ਦੀ ਸੋਝੀ ਹੋਵੇ, ਉਹੀ ਕਿਸੇ ਨੂੰ ਧਰਮ ਸਿਖਾ ਸਕਦਾ। ਜਿਹਨੂੰ ਆਪ ਨੂੰ ਤੈਰਨਾ ਆਉਂਦਾ ਹੋਵੇ ਉਹੀ ਕਿਸੇ ਨੂੰ ਤੈਰਨਾ ਸਿਖਾਊਗਾ। ਜਿਹੜਾ ਆਪ ਜਾਗਿਆ ਹੋਵੇ ਉਹੀ ਕਿਸੇ ਨੂੰ ਜਗਾ ਸਕਦਾ। ਜਿਹੜਾ ਆਪੇ ਸੁੱਤਾ ਉਹਨੇ ਕਿਸੇ ਨੂੰ ਕਿਆ ਜਗਾਉਣਾ? ਧਰਮ ਸਾਹਮਣੇ ਰੱਖਣਾ ਹੈ, ਪਰ ਧਰਮ ਸਾਹਮਣੇ ਰੱਖਣਾ ਕਿਵੇਂ ਹੈ? ਧਰਮ ਉਦੋਂ ਹੀ ਸਿੱਖਿਆ ਜਾ ਸਕਦਾ ਜਦੋਂ ਉਹਨੂੰ ਸਿਖਾਉਣ ਵਾਲਾ ਪੂਰਾ ਹੋਵੇ। ਤੇ ਫਿਰ ਸਿਖਾਉਣ ਵਾਲਾ ਪੂਰਾ ਵਾਹੋ ਵਾਹੋ ਬਾਣੀ ਨਿਰੰਕਾਰ। ਫਿਰ ਗੁਰਬਾਣੀ ਦੀ ਸ਼ਰਨ ਵਿੱਚ ਆਉਣਾ ਕਿ ਧਰਮ ਦੀ ਸੋਝੀ ਆ ਸਕੇ ਵੀ ਧਰਮ ਕਹਿੰਦਾ ਕੀ ਹੈ, ਧਰਮ ਸਿਖਾਉਂਦਾ ਕੀ ਹੈ, ਧਰਮ ਕੀ ਹੈ। ਅਸੀਂ ਧਰਮ ਕਰਮ ਦੇ ਮੁਤਾਬਿਕ ਨਾਪਦੇ ਹਾਂ ਵੀ ਜੋ ਕਰਮ ਕੀਤਾ ਇਹ ਸਾਡਾ ਧਰਮ ਹੈ। ਫਿਰ ਇਹਦੇ ਨਾਲ ਕੀ ਹੁੰਦਾ? ਹਿੰਦੂਆਂ ਦਾ ਵੱਖਰਾ ਧਰਮ ਹੈ, ਮੁਸਲਮਾਨਾਂ ਦਾ ਵੱਖਰਾ ਧਰਮ ਹੈ, ਸਿੱਖਾਂ ਦਾ ਵੱਖਰਾ ਧਰਮ ਹੈ, ਕ੍ਰਿਸਚਨਸ ਦਾ ਵੱਖਰਾ ਧਰਮ ਹੈ, ਬੌਧੀਆਂ ਦਾ ਵੱਖਰਾ ਧਰਮ ਹੈ, ਜੈਨੀਆਂ ਦਾ ਵੱਖਰਾ ਧਰਮ ਹੈ। ਇਸ ਤਰ੍ਹਾਂ ਫਿਰ ਧਰਮ ਦੀਆਂ ਵੰਡੀਆਂ ਪੈ ਗਈਆਂ, ਕਿਉਂਕਿ ਉਹਨਾਂ ਦੇ ਕਰਮ ਮੈਚ ਨਹੀਂ ਕਰਦੇ। ਸਿੱਖ ਕਹਿੰਦੇ ਨੇ ਵੀ ਸਾਡੇ ਧਰਮ ਦਾ ਆਹ ਕਰਮ ਹੈ, ਬੌਧੀ ਕਹਿੰਦਾ ਹੈ ਵੀ ਮੇਰੇ ਧਰਮ ਦਾ ਆਹ ਕਰਮ ਹੈ। ਇੱਕ ਧਰਮ ਦੂਸਰੇ ਧਰਮ ਦੇ ਨਾਲੋਂ ਇਸ ਤਰ੍ਹਾਂ ਵੱਖ ਹੋ ਗਿਆ ਜਿਸ ਤਰ੍ਹਾਂ ਕਿ ਬਿਲਕੁਲ ਵਿਪਰੀਤ, ਆਪੋਜ਼ਿਟ। ਇੱਕ ਧਰਮ ਪੂਰਬ ਵੱਲ ਮੱਥਾ ਟੇਕ ਰਿਹਾ ਤੇ ਦੂਸਰਾ ਧਰਮ ਪੱਛਮ ਵੱਲ ਟੇਕ ਰਿਹਾ। ਇੱਕ ਧਰਮ ਨੇ ਕਹਿਤਾ ਵੀ ਆਹ ਚੀਜ਼ ਖਾਣੀ ਹੈ। ਮੈਂ ਅਰਬ ਕੰਟਰੀ 'ਚ ਰਿਹਾ 5-6 ਸਾਲ। ਉੱਥੇ ਸਾਰੇ ਅਰਬ ਦੇ ਵਿੱਚ ਮਾਸ ਖਾਣਾ ਜਾਇਜ਼ ਹੈ। ਉਹ ਕਹਿੰਦੇ ਵੀ ਸਾਡਾ ਧਰਮ ਕਹਿੰਦਾ ਵੀ ਮਾਸ ਖਾਓ। ਔਰ ਬਹੁਤ ਸਾਰੇ ਐਸੇ ਧਰਮ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਵਿੱਚ ਮਾਸ ਖਾਣਾ ਜਾਇਜ਼ ਨਹੀਂ ਹੈ। ਉਹ ਕਹਿੰਦੇ ਵੀ ਮਾਸ ਨਹੀਂ ਖਾਣਾ। ਹੁਣ ਧਰਮ ਦੇ ਵਿੱਚ ਕਰਮ ਜਦੋਂ ਵਿੱਚ ਆ ਗਿਆ, ਕਰਮ ਦੇ ਆਧਾਰਿਤ ਜੋ ਧਰਮ ਸੀਗਾ ਉਸ ਵਿੱਚ ਧਰਮਾਂ ਵਿੱਚ ਵੰਡੀਆਂ ਪੈ ਗਈਆਂ। ਧਰਮ ਇੱਕ ਦੂਸਰੇ ਤੋਂ ਵੱਖ ਨਜ਼ਰ ਆਉਣ ਲੱਗ ਪਏ। ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਧਰਮ ਦੀ ਡੈਫੀਨੇਸ਼ਨ ਦਿੰਦੇ ਆ ਵੀ ਵਟ ਇਜ਼ ਰਿਲੀਜਨ, ਧਰਮ ਕੀ ਹੈ,
ਉੱਥੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਦੀ ਬਾਣੀ ਵਿੱਚ ਤੁਸੀਂ ਵੀ ਰੋਜ਼ ਹੀ ਪੜ੍ਹਦੇ ਹੋ ਤਕਰੀਬਨ, ਗੁਰੂ ਸਾਹਿਬ ਕਹਿੰਦੇ ਧਰਮ ਖੰਡ ਕਾ ਇਹੋ ਧਰਮ। ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਕੀ ਕਹਿ ਰਹੇ ਆ? ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੇਤਾ ਭਾਰ। ਕਰਮ ਤੋਂ ਧਰਮ ਨਹੀਂ ਪੈਦਾ ਹੁੰਦਾ, ਧਰਮ ਤੋਂ ਕਰਮ ਪੈਦਾ ਹੁੰਦਾ। ਅਸੀਂ ਕਹਿੰਦੇ ਆ ਵੀ ਕਰਮ ਤੋਂ ਧਰਮ ਪੈਦਾ ਹੋ ਰਹੇ, ਇਸ ਤਰ੍ਹਾਂ ਨਹੀਂ। ਜਿਸ ਤਰ੍ਹਾਂ ਅਸੀਂ ਕਿਸੇ ਮਹਾਂਪੁਰਖ ਨੂੰ ਦੇਖਿਆ, ਉਹਦੀਆਂ ਅੱਖਾਂ ਬੰਦ ਨੇ, ਬਹੁਤ ਘੱਟ ਬੋਲ ਰਹੀ ਹੈ, ਨਾਮ ਮਾਤਰ ਉਹ ਖਾ ਰਹੇ ਹੈ। ਅਸੀਂ ਸੋਚਿਆ ਵੀ ਇੱਦਾਂ ਕਰਨ ਨਾਲ ਸ਼ਾਇਦ ਅਸੀਂ ਮਹਾਂਪੁਰਖ ਬਣ ਜਾਊਗੇ। ਫਿਰ ਲੋਕਾਂ ਨੇ ਕੀ ਕੀਤਾ? ਘੱਟ ਬੋਲਣਾ ਸ਼ੁਰੂ ਕਰਤਾ, ਅੱਖਾਂ ਬੰਦ ਕਰ ਲੈਣੀਆਂ, ਰੋਟੀ ਖਾਣੀ ਘੱਟ ਕਰ ਦਿੱਤੀ। ਉਹਨਾਂ ਸੋਚਿਆ ਵੀ ਸ਼ਾਇਦ ਆਹ ਕਰਮ ਕਰਨ ਦੇ ਨਾਲ ਕੋਈ ਸੰਤ ਬਣ ਸਕਦਾ। ਇਸ ਤਰ੍ਹਾਂ ਨਹੀਂ, ਸੰਤ ਬਣ ਗਿਆ ਇਸ ਕਰਕੇ ਉਸ ਦੇ ਜੀਵਨ ਵਿੱਚ ਉਹ ਪਰਿਵਰਤਨ ਆ ਗਏ। ਉਹ ਸੰਤ ਤੋਂ ਨਿਕਲਿਆ ਹੋਇਆ ਪਰਿਵਰਤਨ ਹੈ, ਉਹ ਸਾਧੂ ਤੋਂ ਨਿਕਲਿਆ ਹੋਇਆ ਪਰਿਵਰਤਨ ਹੈ। ਉਹ ਕਰਨ ਨਾਲ ਕੋਈ ਸਾਧੂ ਨਹੀਂ ਬਣਦਾ, ਉਹ ਕਰਨ ਨਾਲ ਕੋਈ ਧਾਰਮਿਕ ਨਹੀਂ ਬਣਦਾ। ਅਮਰੀਕਾ ਦੇ ਵਿੱਚ ਬੈਂਜਾਮਿਨ ਫਰੈਂਕਲਿਨ ਨਾਮ ਦਾ ਇੱਕ ਵਿਅਕਤੀ ਹੋਇਆ, ਜਿਹਨੂੰ ਫਾਦਰ ਆਫ ਅਮਰੀਕਾ ਵੀ ਕਹਿੰਦੇ ਆ। ਉੱਥੇ ਦੇ ਡਾਲਰਸ ਦੇ ਵਿੱਚ ਉਹਦੀਆਂ ਫੋਟੋਆਂ ਹੁੰਦੀਆਂ। ਬੈਂਜਾਮਿਨ ਫਰੈਂਕਲਿਨ, ਉਹ ਬੰਦੇ ਨੇ ਦੁਨੀਆ ਭਰ ਦੇ ਧਰਮ ਪੜ੍ਹੇ, ਦੁਨੀਆ ਭਰ ਦੇ ਧਰਮ ਪੜ੍ਹ ਕੇ ਉਸ ਬੰਦੇ ਨੇ 15 ਚੀਜ਼ਾਂ ਕੱਢੀਆਂ। ਹਰੇਕ ਧਰਮ ਵਿੱਚੋਂ ਇੱਕ ਇੱਕ ਦੋ ਦੋ ਚੀਜ਼ਾਂ ਕੱਢੀਆਂ ਉਹਨੇ, ਧਰਮੀ ਹੋਣ ਦੀਆਂ ਨਿਸ਼ਾਨੀਆਂ। ਉਹਨੇ ਕਿਸੇ ਧਰਮ ਵਿੱਚੋਂ ਕੱਢ ਲਿਆ ਵੀ ਰੋਟੀ ਘੱਟ ਖਾਣੀ, ਉਹਨੇ ਕਿਸੇ ਧਰਮ ਵਿੱਚੋਂ ਕੱਢ ਲਿਆ ਵੀ ਝੂਠ ਨਹੀਂ ਬੋਲਣਾ, ਉਹਨੇ ਕਿਸੇ ਧਰਮ ਵਿੱਚੋਂ ਕੱਢ ਲਿਆ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ। ਉਹਨੇ ਐਸੀਆਂ 15 ਕੁਆਲਿਟੀਜ਼ ਜਿਹੜੀਆਂ ਉਹ ਕੱਢ ਲਈਆਂ, ਔਰ ਉਹ ਲਿਖਦਾ ਹੈ ਆਪਣੀ ਕਿਤਾਬ ਦੇ ਵਿੱਚ ਵੀ ਮੈਂ 15 ਦੀਆਂ 15 ਸਾਧ ਲਈਆਂ, ਮੈਂ ਇੱਕ ਵੀ ਐਸੀ ਕੁਆਲਿਟੀ ਨਹੀਂ ਛੱਡੀ ਜਿਹੜੀ ਮੇਰੇ 'ਚ ਇਹਨਾਂ 'ਚੋਂ ਨਾ ਆਈ ਹੋਵੇ। ਸਾਧੀਆਂ ਜਾ ਸਕਦੀ, ਕੋਈ ਵੱਡੀ ਗੱਲ ਨਹੀਂ ਹੈ। ਸਾਧਨਾ ਕਰਨ ਦੇ ਨਾਲ ਕੋਈ ਸਾਧ ਸਕਦਾ ਹੈ ਵੀ ਉਹ ਰੋਟੀ ਘੱਟ ਖਾਣ ਲੱਗ ਜਾਵੇ। ਕੱਲ੍ਹ ਨੂੰ 4 ਖਾਂਦਾ ਸੀ, ਅੱਜ ਅੱਧੀ ਉਹ ਖਾਵੇ, ਜਾਂ ਅੱਧੀ ਤੋਂ ਬਿਨਾਂ ਵੀ ਜਿਉਂਦਾ ਰਹਿ ਸਕਦਾ। ਬਿਨਾਂ ਝੂਠ ਬੋਲਿਆਂ ਵੀ ਸੰਸਾਰ ਦੇ ਵਿੱਚ ਕੋਈ ਰਹਿ ਸਕਦਾ। ਸਾਧਨ ਦੇ ਵਿੱਚ ਕੋਈ ਵੱਡੀ ਗੱਲ ਨਹੀਂ। ਤੁਸੀਂ ਸਾਧਨਾ ਸ਼ੁਰੂ ਕਰ ਦਿਓ ਅੱਜ, ਮਹੀਨਾ 2 ਮਹੀਨਾ ਸਾਲ 2 ਸਾਲ ਤੱਕ ਤੁਸੀਂ ਇਹ ਸਾਧ ਸਕਦੇ ਹੋ। ਇਹ ਬਹੁਤ ਸੌਖੀਆਂ ਨੇ, ਕੋਈ ਵੱਡੀ ਗੱਲ ਨਹੀਂ ਹੈ। ਇਹਨਾਂ ਚੀਜ਼ਾਂ ਦੇ ਨਾਲ ਪਰਮਾਤਮਾ ਤੱਕ ਸਪਿਰਿਚੁਅਲਿਟੀ ਨੂੰ ਤੁਸੀਂ ਹਾਸਲ ਕਰ ਲਓਗੇ, ਅਧਿਆਤਮਿਕਤਾ ਨੂੰ ਹਾਸਲ ਕਰ ਲਓਗੇ। ਇਹ ਸੰਭਵ ਨਹੀਂ। ਇੱਥੇ ਜੋ ਬਚਨ ਗੁਰੂ ਸਾਹਿਬ ਕਹਿ ਰਹੇ ਕਿ ਕਤਕ ਕਰਮ ਕਮਾਵਣੇ, ਕਰਮ ਦੇ ਨਾਲ ਧਰਮ ਨਹੀਂ ਪਾਇਆ ਜਾ ਸਕਦਾ। ਲੋਕੀ ਕਹਿ ਰਹੇ ਆ ਵੀ ਮੈਂ ਕਰਮ ਕਰਕੇ ਸ਼ਾਇਦ ਧਰਮੀ ਬਣ ਜਾਊਂਗਾ। ਧਰਮ ਵਿੱਚੋਂ ਕਰਮ ਪ੍ਰਗਟ ਹੁੰਦਾ ਹੈ ਜਦੋਂ ਜੀਵਨ ਉਸ ਅਵਸਥਾ ਦੇ ਵਿੱਚ ਪਹੁੰਚਦਾ ਹੈ, ਜਦੋਂ ਉਸ ਅਵਸਥਾ ਵਿੱਚ ਪ੍ਰਵੇਸ਼ ਕਰਦਾ ਹੈ। ਜਿਸ ਤਰ੍ਹਾਂ ਕੋਈ ਦਰਿਆ ਦੇ ਕੰਢੇ ਜਾ ਕੇ ਬੈਠਾ ਹੈ, ਜਦੋਂ ਦਰਿਆ ਵਿੱਚ ਪ੍ਰਵੇਸ਼ ਕਰਿਆ ਤੇ ਪਾਣੀ ਨੇ ਉਹਨੂੰ ਭਿਓ ਦਿੱਤਾ। ਇਸੇ ਤਰ੍ਹਾਂ ਕੋਈ ਜਦੋਂ ਧਰਮ ਵਿੱਚ ਪ੍ਰਵੇਸ਼ ਕਰਦਾ ਹੈ ਤੇ ਧਰਮ ਦਾ ਵੀ ਐਸਾ ਸੁਭਾਅ ਹੈ ਵੀ ਉਹ ਉਸ ਨੂੰ ਆਪਣੇ ਵਿੱਚ ਭਿਓ ਦਿੰਦਾ ਹੈ, ਚਾਰੇ ਪਾਸੇ ਤੋਂ ਕਵਰ ਕਰ ਲੈਂਦਾ। ਉਸ ਵਿੱਚ ਐਂਟਰ ਕਰਨ ਦੇ ਨਾਲ, ਉਸ ਵਿੱਚ ਪ੍ਰਵੇਸ਼ ਕਰ ਲੈਣ ਦੇ ਨਾਲ ਫਿਰ ਉਹਦੇ ਜੀਵਨ ਵਿੱਚ ਬਦਲਾਵ ਆਉਂਦੇ ਆ। ਇੱਦਾਂ ਨਹੀਂ ਵੀ ਮੈਂ ਆਹ ਕੀਤਾ ਤੇ ਸ਼ਾਇਦ ਤਾਂ ਮੇਰੇ ਜੀਵਨ ਦੇ ਵਿੱਚ ਬਦਲਾਵ ਆਊਗਾ। ਔਰ ਇਹ ਬਦਲਾਵ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਆਉਂਦੇ, ਉਹਦੀ ਬਖਸ਼ਿਸ਼ ਨਾਲ ਹੀ ਆਉਂਦੇ, ਮੇਰੇ ਕਰਮ ਕੀਤਿਆਂ ਨਹੀਂ ਆਉਂਦੇ। ਜੇ ਮੇਰੇ ਕਰਮ ਕੀਤਿਆਂ ਪਰਮਾਤਮਾ ਮਿਲ ਸਕਦਾ ਤੇ ਫਿਰ ਮੇਰਾ ਕਰਮ ਵੱਡਾ ਹੈ ਨਾ। ਭਾਈ ਗੁਰਦਾਸ ਜੀ ਕਹਿੰਦੇ ਜੋਗ ਕਹਿ ਜੋ ਪਾਈਐ ਜੋਗੀ ਜਟਾ ਮੈਂ ਦੁਰਾਏ ਰੱਖੇ। ਜੇ ਕਿਤੇ ਮੇਰੇ ਕਿਸੇ ਕਰਮ ਨਾਲ ਮਿਲਦਾ ਹੁੰਦਾ ਤੇ ਲੋਕੀ ਜਟਾਵਾਂ ਵਿੱਚ ਬੰਨ੍ਹ ਕੇ ਰੱਬ ਨੂੰ ਫਿਰਦੇ।
ਜੇ ਕਿਤੇ ਬਹੁਤਾ ਦਾਨ ਦਿੱਤਿਆਂ ਮਿਲਦਾ ਹੁੰਦਾ ਤੇ ਲੋਕੀ ਅਰਬਾਂ ਖਰਬਾਂ ਦਾਨ ਦੇਣ ਵਾਲੇ ਬੈਠੇ ਆ ਵੀ ਉਹਨਾਂ ਨੂੰ ਉਹ ਪਰਮਾਤਮਾ ਉਹ ਦਾਨ ਨਾਲ ਖਰੀਦ ਲੈਂਦੇ ਵੀ ਮੈਂ ਵੱਡਾ ਦਾਨ ਦਿੱਤਾ। ਉਹ ਮਿਲਦਾ ਹੈ ਤੇ ਉਹਦੀ ਬਖਸ਼ਿਸ਼ ਨਾਲ ਮਿਲਦਾ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਸੱਚਖੰਡ ਵਸੈ ਨਿਰੰਕਾਰ। ਔਰ ਜਦੋਂ ਬੈਂਜਾਮਿਨ ਫਰੈਂਕਲਿਨ ਨੇ 15 ਦੀਆਂ 15 ਕੁਆਲਿਟੀਜ਼ ਸਾਧ ਲੀਆਂ ਧਰਮੀ ਹੋਣ ਦੀਆਂ, ਉਹ ਕਿਸੇ ਵਿਦਵਾਨ ਨੂੰ ਮਿਲਿਆ। ਹੁਣ ਉਸ ਵਿਦਵਾਨ ਨੇ ਕਿਹਾ ਵੀ ਤੂੰ ਇੰਨਾ ਕੁਝ ਤਾਂ ਸਾਧ ਲਿਆ ਪਰ ਤੇਰੇ ਵਿੱਚ ਹਿਊਮਿਲਿਟੀ ਤਾਂ ਆਈ ਨਹੀਂ, ਨਿਮਰਤਾ ਆਈ ਨਹੀਂ। ਫਿਰ ਉਹ ਲਿਖਦਾ ਆਪਣੇ ਅਖੀਰਲੀ ਲਾਈਫ ਦੇ ਵਿੱਚ, ਕਹਿੰਦਾ ਵੀ ਮੈਂ ਨਿਮਰਤਾ ਵੀ ਸਾਧ ਲਈ, ਫਿਰ ਮੈਨੂੰ ਕੋਈ ਕੁਝ ਕਹਿੰਦਾ ਸੀ ਮੈਂ ਝੁਕ ਜਾਂਦਾ ਸੀ, ਫਰਕ ਹੀ ਨਹੀਂ ਸੀ ਪੈਂਦਾ। ਪਰ ਉਹ ਅਖੀਰ ਵਿੱਚ ਇੱਕ ਗੱਲ ਲਿਖ ਗਿਆ, ਕਿਉਂਕਿ ਅੰਗਰੇਜ਼ ਸੱਚੀ ਗੱਲ ਲਿਖਦੇ ਆ, ਸਾਡੇ ਵਾਂਗੂ ਨਹੀਂ ਹੈ ਵੀ ਗੱਲ ਛੋਟੀ ਜਿਹੀ ਹੁੰਦੀ ਆ ਤਾਂ ਬਹੁਤ ਵੱਡੀ ਬਣਾ ਕੇ ਲਿਖਤੀ ਵੀ ਮੈਨੂੰ ਬਹੁਤ ਵੱਡਾ ਗਿਆਨ ਹੋ ਗਿਆ। ਉਹ ਅਖੀਰ ਵਿੱਚ ਲਿਖ ਗਿਆ ਆਪਣੀ ਕਿਤਾਬ ਵਿੱਚ, ਕਹਿੰਦਾ ਵੀ ਹਜੇ ਵੀ ਮੈਨੂੰ ਰੱਬ ਨਹੀਂ ਮਿਲੇ, ਹਜੇ ਵੀ ਮੇਰਾ ਜੀਵਨ ਉਸ ਅਧਿਆਤਮਿਕਤਾ ਨੂੰ ਨਹੀਂ ਪਾ ਸਕੀ। ਅਧਿਆਤਮਿਕਤਾ ਪ੍ਰਾਪਤ ਕਿਵੇਂ ਹੁੰਦੀ ਹੈ? ਇਹ ਨਾ ਸਿਖਾਈ ਜਾ ਸਕਦੀ ਹੈ, ਨਾ ਸਿੱਖੀ ਜਾ ਸਕਦੀ, ਨਾ ਇਹ ਕਿਸੇ ਹੱਟੀ ਤੋਂ ਖਰੀਦੀ ਜਾ ਸਕਦੀ ਵੀ ਮੈਂ ਕਹਾਂ ਵੀ ਮੇਰੇ ਕੋਲ 50 ਰੁਪਏ ਆ ਤਾਂ ਮੈਂ ਖਰੀਦ ਲਿਆ ਮੈਂ ਹੱਟੀ ਤੋਂ। ਇਹ ਕਮਾਈ ਜਾ ਸਕਦੀ ਕਿੱਥੇ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਤਕ ਹੋਵੇ ਸਾਧ ਸੰਗ, ਸਾਧੂ ਦਾ ਸੰਗ ਕਰਨਾ ਪੈਣਾ, ਸੰਗਤ ਕਰਨੀ ਪੈਣੀ। ਸਾਧੂ ਦੀ ਸੰਗਤ ਤੋਂ ਬਿਨਾ ਨਹੀਂ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਨੇ ਵੀ ਕਿਹਾ ਨਾ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ। ਜੇ ਤੁਸੀਂ ਕਦੇ ਬੰਗਾਲ ਦੇ ਇਲਾਕੇ 'ਚ ਜਾਓ, ਮੈਂ ਤੇ ਦੇਖਿਆ ਬੰਗਾਲ ਦੇ ਇਲਾਕੇ 'ਚ ਇੱਕ ਦਰਖਤ ਹੈ, ਇੱਕ ਇਲਾਕਾ ਹੈ ਪਲਾਸ, ਜਿਹਨੂੰ ਪਲਾਸੀ ਦਾ ਯੁੱਧ ਕਹਿੰਦੇ, ਅਸੀਂ ਪੜ੍ਹਦੇ ਸੀ ਆਮ ਤੌਰ 'ਤੇ ਸਕੂਲਾਂ ਦੇ ਵਿੱਚ। ਇੱਕ ਇਲਾਕਾ ਹੈ ਢਾਕ, ਜਿਹਨੂੰ ਢਾਕਾ ਕਹਿੰਦੇ। ਢਾਕਾ ਤੇ ਪਲਾਸੀ, ਇਸ ਇਲਾਕੇ ਦੇ ਵਿੱਚ ਇੱਕ ਵੱਖਰਾ ਦਰਖਤ ਹੁੰਦਾ। ਉਹ ਦਰਖਤ ਜੇ ਤੁਸੀਂ ਅਥਰਵ ਵੇਦ ਪੜ੍ਹੋ, 4 ਵੇਦ ਨੇ, ਰਿਗ ਵੇਦ, ਸਾਮ ਵੇਦ, ਯਜੁਰ ਤੇ ਅਥਰਵ। ਕਲਮੈ ਵੇਦ ਅਥਰਵਣ ਹੁਆ, ਨਾਉ ਖੁਦਾਈ ਅੱਲ੍ਹਾ ਹੋਇਆ। ਉਸ ਵੇਦ ਦੇ ਵਿੱਚ ਜਿਹੜਾ ਚੌਥਾ ਵੇਦ ਹੈ, ਉਹਦੇ ਵਿੱਚ ਟੂਣਿਆਂ ਦਾ ਜ਼ਿਕਰ ਹੈ, ਤੰਤਰਾਂ ਮੰਤਰਾਂ ਦਾ, ਜਾਦੂ ਦਾ ਜ਼ਿਕਰ, ਮੈਜਿਕ ਦਾ ਜ਼ਿਕਰ ਹੈ, ਬਲੈਕ ਮੈਜਿਕ ਜਿਹਨੂੰ ਕਹਿੰਦੇ। ਉਹਦੇ ਪਹਿਲੇ ਪੰਨੇ ਤੋਂ ਹੀ ਇਸ ਪਲਾਸ ਦੇ ਦਰਖਤ ਦੀ ਉਪਮਾ ਸ਼ੁਰੂ ਹੋ ਜਾਂਦੀ। ਇਹਦੀ ਲੱਕੜ, ਜਿਹੜਾ ਪਲਾਸ ਦਾ ਦਰਖਤ ਹੈ, ਬੰਗਾਲ ਦੇ ਵਿੱਚ ਜੇ ਕਿਸੇ ਨੂੰ ਉਹਦੇ ਘਰ ਦੇ ਮੂਹਰੇ ਪਿਆ ਦਿਖ ਜਵੇ ਇਹਦੀ ਲੱਕੜ, ਉਹ ਬੰਦਾ ਦਰਵਾਜ਼ਾ ਹੀ ਨਹੀਂ ਖੋਲ੍ਹਦਾ। ਫਿਰ ਇਸ ਦੀ ਲੱਕੜ ਟੂਣਿਆਂ ਦੇ ਲਈ ਲੋਕੀ ਵਰਤਦੇ ਆ, ਇੱਕ ਦੂਸਰੇ ਦੇ ਮਾੜਾ ਕਰਨ ਲਈ ਵਰਤਦੇ। ਅਥਰਵ ਵੇਦ ਦੇ ਵਿੱਚ ਇਹਦਾ ਜ਼ਿਕਰ ਹੈ। ਭਗਤ ਕਬੀਰ ਕਹਿੰਦੇ ਆ ਵੀ ਜਿਹੜੀ ਲੱਕੜ ਟੂਣਿਆਂ ਲਈ ਵਰਤੀ ਜਾਂਦੀ ਸੀ ਅਤੇ ਲੋਕ ਜਿਸ ਲੱਕੜ ਤੋਂ ਡਰਦੇ ਸੀ, ਜਿਹਦਾ ਨਿਰਾਦਰ ਸੀ, ਕੋਈ ਸਤਿਕਾਰ ਨਹੀਂ ਸੀ ਸਮਾਜ ਦੇ ਵਿੱਚ, ਬੇੜਿਓ ਢਾਕ ਪਲਾਸ, ਜੇ ਇਹੀ ਜੀ ਲੱਕੜ ਕਿਤੇ ਚੰਦਨ ਦੇ ਕੋਲ ਰੱਖ ਦਿਓ, ਓਏ ਵੀ ਚੰਦਨ ਹੋਏ ਰਹੇ, ਬਸੈ ਜੋ ਚੰਦਨ ਪਾਸ, ਉਹ ਲੱਕੜ ਵੀ ਚੰਦਨ ਬਣ ਜੂਗੀ ਤੇ ਉਹਦਾ ਵੀ ਸਤਿਕਾਰ ਚੰਦਨ ਵਰਗਾ ਹੋਣ ਲੱਗ ਜੂਗਾ। ਕਿਉਂ? ਕਿਉਂਕਿ ਉਹਨੇ ਚੰਦਨ ਦੀ ਸੰਗਤ ਕਰੀ। ਇਹ ਸਾਡਾ ਜ਼ਿਕਰ ਹੈ ਵੀ ਜਿੱਦਾਂ ਸਾਡੇ ਜੀਵਨ ਦਾ ਸਮਾਜ ਵਿੱਚ ਸਤਿਕਾਰ ਨਹੀਂ ਹੈਗਾ, ਪਰ ਜੇ ਉਹ ਕਿਤੇ ਕਿਸੇ ਸਾਧੂ ਦਾ ਸੰਗ ਕਰ ਲੇ, ਜੇ ਕਿਸੇ ਮਹਾਂਪੁਰਖ ਦਾ ਸੰਗ ਕਰ ਲੇ, ਜੇ ਕਿਸੇ ਸੰਤ ਦਾ ਸੰਗ ਕਰ ਲੇ, ਸੰਤ ਸਰਣ ਜੋ ਜਨ ਪਰੇ ਸੇ ਜਨ ਉਧਰਨ ਹਾਰ। ਕਿਸੇ ਸੰਤ ਦੀ ਸੰਗਤ ਵਿੱਚ ਆ ਜਾਏ, ਕਿਸੇ ਸੰਤ ਦੀ ਸ਼ਰਨ ਵਿੱਚ ਆ ਜਾਏ, ਤੇ ਫਿਰ ਭਗਤ ਕਬੀਰ ਕਹਿੰਦੇ ਓਏ ਵੀ ਚੰਦਨ ਹੋਏ ਰਹੇ, ਬਸੈ ਜੋ ਚੰਦਨ ਪਾਸ। ਕਰਮ ਕਰਨ ਦੇ ਨਾਲ ਨਹੀਂ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਨੂੰ ਕਿਹਾ ਨਾ ਕਿ ਦਰਖਤ ਤੇ ਚੜ੍ਹ, ਬੜੀ ਸੋਹਣੀ ਕਥਾ ਹੈ। ਸੰਗਤਾਂ ਦੂਰੋਂ ਆਈਆਂ ਸੀ, ਸ਼ਾਮ ਦਾ ਵੇਲਾ ਹੋ ਗਿਆ ਸੀ, ਲੰਗਰ ਮਸਤਾਨਾ ਹੋ ਗਿਆ ਸੀ, ਲੰਗਰ ਨਹੀਂ ਸੀ। ਜੇ ਤੁਸੀਂ ਕਦੇ ਪਾਕਿਸਤਾਨ ਗਏ ਹੋ ਤੇ ਉੱਥੇ ਅਸਥਾਨ ਹੈ, ਭਾਈ ਜਸਪਾਲ ਸਿੰਘ ਨੇ ਤਾਂ ਜਾ ਕੇ ਵੀ ਆਏ ਪਿੱਛੇ ਜੇ ਤੁਸੀਂ ਕਦੇ ਜਾਓ ਤਾਂ ਉੱਥੇ ਸਥਾਨ ਹੈ ਜਿੱਥੇ ਭਾਈ ਲਹਿਣਾ ਜੀ ਦਰਖਤ ਤੇ ਚੜ੍ਹ ਗਏ ਤੇ ਮਠਿਆਈਆਂ ਡਿੱਗੀਆਂ।
ऐसा सुंदर इतिहास। मठियाइयाँ डिगियाँ ਜਾਂ नहीं डिगियाँ इस गल ਦੇ ਨਾਲ कोई संबंध नहीं है। संबंध ਉੱਥੇ शुरू हो जाता है ਜਦੋਂ गुरु नानक साहब ने भाई लहणा जी ਨੂੰ ਕਿਹਾ भी आ दरख्त ते चढ़, ਤੇ भाई लहणा जी ने वो दरख्त ਵੱਲ ਦਾ रुख कर लिया, तुर पे। गल मन्नी, संगत सी। किसी ऐसे पूर्ण संत की संगत करनी और उस संगत दे विच उसदा एक एक बोल जीवन दे विच कमाउणा, यही जीवन दे विच परमेश्वर दी प्रगट हो जाण दी निशानी। काहू दशा को पवन गवन कै बरखा है, भाई गुरदास लिखदे। काहू दशा को पवन बादर बिलात है, काहू ग्रह की अग्न पाक साक सिद्ध किए, काहू ग्रह की अग्न भवन जरात है। काहू जलपान की रहत अरोग देही, काहू जलपान व्यापे बिरथा बिललात है। काहू की संगत मिल जीवन मुकत होत, काहू की संगत मिल जमपुर जात है। भाई गुरदास कहते किसी की संगत मिलदियां जीवन मुक्ति के द्वार ते पहुँच जाता, और किसी की संगत मिलदियां जीवन जमा के द्वार ते जाके खड़ जाता। इस संगत का ही फल है। कत्तक होवे साध संग, जे कत्तक विच अज जिद्दां असीं बैठे हैं इदां असीं सत संगत करिए तो फिर बिनसै सभे सोच जीवन दीयां सारियां सोचां समाप्त हो जाती। कवि तुलसीदास जिन्हां रामायण लिखी ना, उन्हां एक बड़ा सुंदर बोल किया रामायण दे विच। वो कहंदे कदली भुयंग सीप एक बूंद गुण तीन। आकाश तो एक बूंद तुरी, वो किसी केले दे पत्ते ते गिर गई तो कपूर बन जूगी। उही बूंद किसी सिप दे मूँह दे विच गिर गई, भगत तुलसीदास कहते तो मोती बन जूगी। तो रब ना करे उही बूंद किसी सप दे मूँह विच गिर जाए तो जहर बन जू। बूंद तो एको ही है, पर उन्हें संगत की केले दी, फिर उन्हें संगत कर ली जे किते सिप दी, जे किते उन्हें संगत कर ली सप दी, और जे तवे ते डिग जे सड़दे बलदे ते तो फिर सुआही हो जाती। कदली भुयंग सीप एक बूंद गुण तीन, जो जैसी संगत करे सो तैसो फल दीन। संगत करिए साध की, आप भी संगत करिए ते अपने बच्चों को भी संगत कराइए गुरबाणी दी। गुरबाणी तो वड्डा संसार दे विच साधु ही कोई नहीं, गुरबाणी तो वड्डा संसार विच शांति कोई नहीं। वाहो वाहो बाणी निरंकार है, तिस जेवड़ अवरना कोई। जे जीवन दे विच घर विच जे गुरबाणी आ गई, घर घर अंदर धर्मसाल होवे कीर्तन सदा वसोआ, फिर किसी तो सीखना नहीं पैना भी धर्म हुंदा कि, फिर जीवन विच आपे ही धर्म प्रगट हो जाए। फिर वो जीवन जिहदे अंदर गुरबाणी दे राही धर्म प्रगट होया है, उस जीवन दे विच दया होनी है, सेवा होनी। धौल धर्म दया का पूत संतोख थाप रखिया जिन सूत, फिर वो जीवन अपने आप निरोल हो जाए। फॉरन कंट्रीज़ दे विच ते बहुत उपराले कीते जाते इस दे लई भी बच्चों नूं कीर्तन सिखाया जाए। आ हुण डॉक्टर प्रभदीप सिंह उन्हीं गए आ, कीर्तन सिखाउंदे बच्चों नूं उत्थे अमेरिका दे विच। उत्थे थां हर गुरु घर दे विच इह उपराले ने भी बच्चों नूं कीर्तन की विद्या जिहड़ी ओह दित्ती जावे, क्योंकि अगे समा बहुत भयानक आ रहा है। अगला जो समा है बच्चों के लिए हर वक्त मोबाइल फोन उन्होंने हथ विच है, तुहानूं नहीं पता वो की वेख रहे हैं। और बहुत सारे ऐसे क्योंकि संगत उन्होंने मोबाइल फोन की मिल रही, हुण उहदे विच किसी तरीके का कोई फिल्टर नहीं लग्या होया भी आही चीज़ देखनी मेरे बच्चे ने। और सानू जबरदस्ती उन्होंने हत्थां च मोबाइल फोन्स, टैबलेट्स, आईपैड्स, लैपटॉप से फड़ाने पे, क्योंकि आ पिछे कोविड का समा आया, उहदे विच सारी पढ़ाई ऑनलाइन हो गई, तो बच्चों नूं ना चाहुंदियां होयां भी लोगों ने आ सारियां चीज़ां लिया के दित्ती। हुण किते तां साधु की संगत की गल हो रही, तो उत्थे उन्हां दी संगत बन गया मोबाइल। दिन दे विच 8 ਤੋਂ 10 घंटे वो उन्हां दी संगत विच रहिंदे आ।
ਤੇ ਪੇਰੈਂਟਸ ਨੂੰ ਵੀ ਸੌਖਾ ਹੋ ਗਿਆ ਵੀ ਉਹਨੂੰ ਮੋਬਾਈਲ ਫੜਾ ਦਿਓ ਤੇ ਬੱਚੇ ਆਪਣਾ ਲੱਗੇ ਹੋਏ ਨੇ ਮੋਬਾਈਲ ਦੇ ਵਿੱਚ ਤੇ ਸ਼ਾਂਤ ਰਹਿੰਦੇ, ਉਹਨਾਂ ਚਿਰ ਰੋਟੀ ਵੀ ਮੋਬਾਈਲ ਦੇਖ ਕੇ ਖਾਂਦੇ ਆ, ਉਹ ਬੰਦੇ ਹੋਰ ਵੀ ਕੰਮ ਕਰ ਲੈਂਦੇ ਆ। ਹੁਣ ਇਹ ਸਾਡੇ ਜੀਵਨ ਦੇ ਵਿੱਚ ਅੱਜ ਦੀ ਘੜੀ ਦੇ ਅੰਦਰ ਇੱਕ ਆਉਣ ਵਾਲੇ ਸਮੇਂ ਦੇ ਲਈ ਬਹੁਤ ਵੱਡੀ ਪ੍ਰੋਬਲਮ ਹੋ ਗਈ। ਔਰ ਇਸ ਤੋਂ ਅਗਰ ਤੁਸੀਂ ਬਚਣਾ ਹੈ ਤੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਸ਼ੁਰੂ ਕਰ ਦਿਓ, ਉਹਨਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜੋ, ਕਿਉਂਕਿ ਕੀਰਤਨ ਜਿਹੜਾ ਹੈ ਜੇ ਗੁਰੂ ਘਰ ਦੇ ਵਿੱਚ ਜਾਂ ਕਿਤੇ ਵੀ ਉਹ ਸਿੱਖ ਰਿਹਾ ਬੱਚਾ ਤੁਹਾਡਾ, ਮੰਨ ਲਓ ਉਹਨੇ ਇੱਕ ਸ਼ਬਦ ਸਿੱਖਿਆ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਉਹਨੇ ਘੰਟੇ ਦੀ ਕਲਾਸ ਲਾਈ, ਉਹ ਸ਼ਬਦ ਸਿੱਖਿਆ, ਉਹ ਸ਼ਬਦ ਉਹ ਘਰ ਆ ਕੇ ਵੀ ਪ੍ਰੈਕਟਿਸ ਕਰੂਗਾ। ਉਹਦੀ ਪ੍ਰੈਕਟਿਸ ਵਾਸਤੇ ਉਹਨੂੰ ਸਮਾਂ ਚਾਹੀਦਾ, ਘੰਟਾ ਅੱਧਾ ਘੰਟਾ ਉਹ ਪ੍ਰੈਕਟਿਸ ਕਰੂਗਾ। ਪਰ ਖਿਮਾ ਕਰਨਾ, ਸ਼ਾਇਦ ਕਿਤੇ ਨਾ ਕਿਤੇ ਅਸੀਂ ਇਹ ਸਮਝਦੇ ਹਾਂ ਜਾਂ ਸਾਡੇ ਮਨ ਦੇ ਵਿੱਚ ਇਹ ਹੁੰਦਾ ਵੀ ਬੱਚਿਆਂ ਨੂੰ ਜੇ ਗੁਰਬਾਣੀ ਵੱਲ ਨੂੰ ਅਸੀਂ ਤੋਰੂਗੇ ਸ਼ਾਇਦ ਇਹਨਾਂ ਦੀ ਪੜ੍ਹਾਈ ਇਫੈਕਟ ਕਰੂਗੀ। ਬਹੁਤ ਸਾਰੇ ਐਸੇ ਬੰਦੇ ਵੀ ਮੈਂ ਕਹਿੰਦੇ ਸੁਣੇ ਆ ਵੀ ਹਜੇ ਬੱਚੇ ਪੜ੍ਹ ਲਿਖ ਰਹੇ ਨੇ, ਇਸ ਕਰਕੇ ਪਾਠ ਵੱਲ ਇਹਨਾਂ ਨੂੰ ਘੱਟ ਤੋਰੀਦਾ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਹੋਰ ਬਹੁਤ ਸਾਰੀਆਂ ਬਾਣੀਆਂ ਵੀ ਹਜੇ ਬੱਚੇ ਪੜ੍ਹ ਰਹੇ ਨੇ। ਪਰ ਸ਼ਾਇਦ ਗੁਰੂ ਗ੍ਰੰਥ ਸਾਹਿਬ ਇਸ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਹੈ ਗਿਆਨ ਦਾ, ਬਿਗੇਸਟ ਸੋਰਸ ਆਫ ਐਜੂਕੇਸ਼ਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜਦੋਂ ਤੁਸੀਂ ਜੁੜਦੇ ਹੋ, ਸੰਗਤ ਕਰਨੀ ਨਾ ਗੁਰੂ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਨਾ ਕੀ ਆ? 300 ਤੋਂ ਵੱਧ ਬੋਲੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਜੋ ਤੁਸੀਂ 9ਵੇਂ ਮਹੱਲੇ ਦੇ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਪੜ੍ਹਦੇ ਹੋ, ਉਹ ਸ਼ਲੋਕ ਭੋਜਪੁਰੀ ਬੋਲੀ ਦੇ ਵਿੱਚ ਨੇ, ਪੰਜਾਬੀ 'ਚ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਸ ਵਿੱਚ ਇੱਕ ਵੀ ਲਫ਼ਜ਼ ਫਾਰਸੀ ਦਾ ਨਹੀਂ, ਅਰਬੀ ਦਾ ਨਹੀਂ, ਸੰਸਕ੍ਰਿਤ ਦਾ ਨਹੀਂ। ਉਹਦੇ ਵਿੱਚ ਸਾਰੇ ਲਫ਼ਜ਼ ਜਿੰਨੇ ਨੇ ਉਹ ਸਾਰੇ ਦੇ ਸਾਰੇ ਜਾਂ ਤਾਂ ਭੋਜਪੁਰੀ ਦੇ ਨੇ ਜਾਂ ਖੜੀ ਬੋਲੀ ਦੇ ਨੇ। ਕਿਉਂ? ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਚਾਰ ਉਹ ਸਾਰਾ ਬਿਹਾਰ, ਆਸਾਮ, ਬੰਗਾਲ ਉੱਧਰ ਕੀਤਾ। ਉੱਧਰ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਲੋਕਾਂ ਦੀ ਬੋਲੀ 'ਚ ਕੀਤੀ, ਔਰ ਉਹਨਾਂ ਲੋਕਾਂ ਦੀ ਹੀ ਉਦਾਹਰਣ ਲਿੱਤੀ ਉਹਨਾਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋਗੇ ਤਾਂ ਉਹਦੇ ਵਿੱਚ ਤੁਹਾਨੂੰ ਅਰਬੀ ਵੀ ਮਿਲੂਗੀ, ਫਾਰਸੀ ਵੀ ਮਿਲੂਗੀ, ਸੰਸਕ੍ਰਿਤ ਵੀ ਮਿਲੂਗੀ। ਜਿੱਦਾਂ ਜਾਪ ਸਾਹਿਬ ਪੜ੍ਹਦੇ ਹਾਂ, ਜਾਪ ਸਾਹਿਬ ਦੇ ਵਿੱਚ ਇੱਕੋ ਪੰਕਤੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 3 ਬੋਲੀਆਂ ਦੇ 3 ਲਫ਼ਜ਼ ਵਰਤੇ ਹੋਏ ਨੇ। ਦੁਨੀਆ ਦੇ ਵਿੱਚ ਐਸਾ ਕੋਈ ਲਿਖਾਰੀ ਨਹੀਂ ਹੈ ਜਿਹਨੇ ਇੱਕੋ ਪੰਕਤੀ ਦੇ ਵਿੱਚ 3 ਬੋਲੀਆਂ ਦੇ ਵੱਖੋ ਵੱਖਰੇ ਲਫ਼ਜ਼ ਇੱਕੋ ਅਰਥ ਦੇ ਪਾ ਦਿੱਤੇ ਹੋਣ। ਅਧੋ, ਉਰਧ, ਅਰਧੰ, ਇਹ 3 ਬੋਲੀਆਂ ਵੱਖੋ ਵੱਖਰੀਆਂ, ਅਧੋ, ਉਰਧ, ਅਰਧੰ, ਔਰ ਤਿੰਨੋਂ ਬੋਲੀਆਂ ਵੱਖੋ ਵੱਖਰੇ, ਇੱਕ ਅਰਬੀ, ਫਾਰਸੀ ਤੇ ਸੰਸਕ੍ਰਿਤ। ਹੁਣ ਤਿੰਨੋਂ ਬੋਲੀਆਂ ਨੂੰ ਇੱਕੋ ਪੰਕਤੀ ਦੇ ਵਿੱਚ ਲਿਆਉਣਾ, ਜਦੋਂ ਸਾਡਾ ਬੱਚਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਦਾ ਨਾ, ਜਿਵੇਂ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਇਹ ਟੂਕ ਮਾਤਰ ਮੈਂ ਉਦਾਹਰਨਾਂ ਦੇ ਰਿਹਾ, ਜਿਸ ਵਿੱਚ ਭਗਤ ਨਾਮਦੇਵ ਜੀ ਲਿਖਦੇ ਆ, ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਇਹ ਵੈਸੇ ਤਾਂ ਆਮ ਤੌਰ ਤੇ ਲਿਖਿਆ ਜਾਂਦਾ ਮਰਾਠੀ ਹੈ, ਪਰ ਇਹ ਗਾਉਂ ਕੋਂਕਣੀ ਬੋਲੀ ਹੈ। ਹੁਣ ਜੇ ਤੁਸੀਂ ਗਾਉਂ ਕੋਂਕਣੀ ਪੜ੍ਹੀ ਹੋਵੇ ਤਾਂ ਤੁਹਾਨੂੰ ਇਹ ਸ਼ਬਦ ਦਾ ਅਰਥ ਪਤਾ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 300 ਤੋਂ ਵੱਧ ਬੋਲੀਆਂ ਔਰ ਵੱਖੋ ਵੱਖਰੇ ਐਕਸੈਂਟਸ ਦੇ ਵਿੱਚ ਨੇ। ਆਸਾ ਦੀ ਵਾਰ ਦੇ ਵਿੱਚ ਤੁਸੀਂ ਪੜ੍ਹਦੇ ਹੋ, ਪਾਏ ਦਾ ਦਰ ਮੰਗਨ ਭਿੱਖ ਨਾ ਪਾਏ ਦਾ। ਆਮ ਤੌਰ ਤੇ ਰਾਗੀ ਜਿੱਥੇ ਪੜ੍ਹਦੇ ਆ ਪਾਇਨ ਦਾ, ਪਰ ਉਹ ਪਾਇਨ ਦਾ ਕੋਈ ਲਫ਼ਜ਼ ਨਹੀਂ ਹੈ, ਲਫ਼ਜ਼ ਹੈ ਪਾਏ ਦਾ। ਪਾਏ ਦਾ ਜੰਮੂ 'ਚ ਬੋਲੀ ਜਾਣ ਵਾਲੀ ਬੋਲੀ। ਜੇ ਤੁਸੀਂ ਕਿਤੇ ਜੰਮੂ ਜਾਓ, ਉੱਥੇ ਤੁਸੀਂ ਪੁੱਛੋ ਵੀ ਅੱਜ ਕੀ ਬਣਾਇਆ, ਤੇ ਉਹ ਕਹਿਣਗੇ ਅੱਜ ਕਿਆ ਬਣਾਏ ਦਾ, ਵੀ ਅੱਜ ਕਿਆ ਬਣਾਇਆ ਤੁਸੀਂ, ਬਣਾਏ ਦਾ, ਅੱਜ ਸਾਗ ਬਣਾਏ ਦਾ। ਇਹ ਉਹਨਾਂ ਦਾ ਐਕਸੈਂਟ ਹੈ। ਜੇ ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਵੱਲ ਜਾਓ, ਜੇ ਹੁਣ ਉੱਧਰਲੀ ਬੋਲੀ ਦਾ ਐਕਸੈਂਟ ਹੈ, ਤੂੰ ਚੋ ਸੱਜਣ ਮਹਿੰਡਿਆ ਡਈ ਸਿਸ ਉਤਾਰ। ਕੀ ਕਰਨ ਡਿਆ ਜੀ? ਤੂੰ ਚੋ ਸੱਜਣ ਮਹਿੰਡਿਆ।
ਆ ਟਿੱਕੇ ਦੀ ਬੋਲੀ ਜਦੋਂ ਅਸੀਂ ਪੜ੍ਹਦੇ ਹਾਂ, ਸੱਤਾ ਬਲਵੰਤ ਡੂਮ ਜੀ ਦੀ ਬੋਲੀ ਜਦੋਂ ਪੜ੍ਹਦੇ ਹਾਂ, ਇਹ ਸ਼ੇਖੂਪੁਰਾ ਦਾ ਐਕਸੈਂਟ ਆ ਸਾਰੇ ਦਾ ਸਾਰਾ ਹੀ। ਵੱਡ ਭੈਣਾ ਕਿਹੜੇ ਰਾਵੇਂ ਜਾਂਦਾ ਈ, ਮਰਤ ਸ਼ਾਹ ਵੱਲੇ ਜਾਂਦਾ ਈ, ਵਲਤ ਰੋਟੀ ਦਾ ਟੁੱਕਰ ਖਾਧਾ ਈ ਤੇ ਅੱਲਾ ਦੇਸੀ ਤਾਂ ਖਾਸੀ, ਐਦਾਂ ਬੋਲਦੇ ਲੋਕ। ਹੁਣ ਇਸ ਐਕਸੈਂਟ ਦੇ ਵਿੱਚ ਉਹ ਬੋਲੀ ਆ, ਜੇ ਉਹ ਐਕਸੈਂਟ ਤੁਹਾਡਾ ਬੱਚਾ ਸਿੱਖੂਗਾ ਤਾਂ ਸਮਝ ਲੱਗੂਗੀ ਨਾ ਬਾਣੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਨੀਆ ਦਾ ਐਡਾ ਵੱਡਾ ਗਿਆਨ ਹੈ ਹੀ ਕਿਤੇ ਨਹੀਂ। ਜਦੋਂ ਤੁਸੀਂ ਜੋੜਦੇ ਹੋ ਬੱਚੇ ਨੂੰ ਜਾਂ ਆਪ ਵੀ ਜੁੜਦੇ ਹੋ, ਤੁਹਾਡਾ ਮਾਈਂਡ ਐਕਸਪੈਂਡ ਕਰਦਾ, ਖਿਲਰਦਾ, ਫੈਲਦਾ ਹੈ, ਘਟਦਾ ਨਹੀਂ ਹੈ। ਜਪਜੀ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਆ ਉਦੋਂ ਸਾਰੇ ਦੀ ਸਾਰੀ ਸਾਡੇ ਪੌਦੀ ਬੋਲੀ ਦੇ ਵਿੱਚ ਹੈ ਜਪਜੀ ਸਾਹਿਬ ਦੀ ਜ਼ਿਆਦਾ। ਤਿਸ ਤੇ ਭਾਰ ਤਲੈ ਕਵਣ ਜੋਰ, ਪੁਆਧ ਦੇ ਵਿੱਚ ਤਲੈ ਬੋਲਿਆ ਜਾਂਦਾ। ਉਹ ਬੋਲੀ ਸਾਡੀ ਐਕਸੈਂਟ 'ਚ ਹੈ ਕਿਉਂਕਿ ਗੱਲ ਉਹਨਾਂ ਨਾਲ ਹੋ ਰਹੀ ਹੈ, ਜੋਗੀਆਂ ਨਾਲ ਹੋ ਰਹੀ ਹੈ, ਸਿੱਧਾਂ ਨਾਲ ਹੋ ਰਹੀ, ਜਿਹੜੇ ਇਸ ਐਕਸੈਂਟ 'ਚ ਬੋਲਦੇ ਸੀ ਗੋਰਖਨਾਥ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਲਈ ਗਿਆਨ ਦਾ ਉਹ ਸੋਮ ਹੈ। ਜੁੜੀਏ ਅਤੇ ਆਪਣੇ ਬੱਚਿਆਂ ਨੂੰ ਵੀ ਜੋੜੀਏ, ਇਹਨਾਂ ਬੋਲੀਆਂ ਨੂੰ ਸਮਝੀਏ। ਮੈਂ ਦੁਬਈ ਦੇ ਵਿੱਚ ਸੀ ਜਦੋਂ, ਅਤੇ ਅਰਬ ਕੰਟਰੀ ਤੋਂ 38 ਬੀਬੀਆਂ ਦਾ ਸਾਊਦੀ ਅਰਬ ਤੋਂ ਇੱਕ ਡੈਲੀਗੇਸ਼ਨ ਆ ਗਿਆ, ਤਾਂ ਮੈਂ ਉਹਨਾਂ ਨੂੰ ਗੁਰੂ ਨਾਨਕ ਦਰਬਾਰ ਦੁਬਈ ਗੁਰਦੁਆਰਾ ਸਾਹਿਬ ਦਿਖਾ ਰਿਹਾ ਸੀ। ਔਰ ਇਹ ਪ੍ਰਤੱਖ ਮੇਰੇ ਨਾਲ ਵਾਪਰੀ ਗੱਲ। ਬੇਸਮੈਂਟ ਉਹਨਾਂ ਦੀ 3 ਨੇ, ਗਰਾਊਂਡ ਫਲੋਰ 'ਤੇ ਲੰਗਰ ਆ, ਫਸਟ ਫਲੋਰ 'ਤੇ ਦਰਬਾਰ ਸਾਹਿਬ ਬਣਿਆ ਹੋਇਆ। ਜੇ ਤੁਸੀਂ ਕਦੇ ਦੁਬਈ ਜਾਓ ਤਾਂ ਜ਼ਰੂਰ ਦਰਸ਼ਨ ਕਰਿਓ ਗੁਰੂ ਨਾਨਕ ਦਰਬਾਰ ਦੁਬਈ। ਉੱਥੇ ਮੇਰੀ ਸੇਵਾ ਹੈੱਡ ਗ੍ਰੰਥੀ ਦੀ, ਅਤੇ ਮੈਂ ਉਹਨਾਂ ਬੀਬੀਆਂ ਨੂੰ ਸਾਰਾ ਗੁਰਦੁਆਰਾ ਸਾਹਿਬ ਵਿਖਾਉਂਦਾ ਦਰਬਾਰ ਹਾਲ ਦੇ ਵਿੱਚ ਚਲੇ ਗਏ। ਉਹਨਾਂ ਦੀਆਂ ਕੱਲੀਆਂ ਅੱਖਾਂ ਦਿਖਦੀਆਂ ਬੀਬੀਆਂ ਦੀਆਂ, ਸਰੀਰ ਦਾ ਉਹਨਾਂ ਦਾ ਨਹੁੰ ਵੀ ਨਹੀਂ ਤੁਸੀਂ ਦੇਖ ਸਕਦੇ, ਉਹ ਵੀ ਢਕਿਆ ਹੁੰਦਾ। ਕਿਸੇ ਨਾਲ ਫੋਟੋ ਨਹੀਂ ਖਿਚਾਉਂਦੀ। ਗੱਲ ਕਰਦਿਆਂ ਦਰਬਾਰ ਹਾਲ 'ਚ ਚਲੇ ਗਏ। ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸੀ, ਅਤੇ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਇਜ਼ ਦ ਬਿਗੇਸਟ ਸੋਰਸ ਆਫ ਐਜੂਕੇਸ਼ਨ ਇਨ ਦਿਸ ਵਰਲਡ, ਕੰਟੇਨਸ ਮੋਰ ਦੈਨ 300 ਲੈਂਗੁਏਜਿਸ। ਇਹ ਸਾਰੀਆਂ ਗੱਲਾਂ ਮੈਂ ਉਹਨਾਂ ਨੂੰ ਦੱਸੀ ਜਾ ਰਿਹਾ, ਉਹ ਅੰਗਰੇਜ਼ੀ ਦੇ ਵਿੱਚ। ਅਤੇ ਉਹ ਮੰਨਣ ਨੂੰ ਤਿਆਰ ਨਹੀਂ। ਕਿੱਦਾਂ ਹੋ ਸਕਦਾ, ਹਾਊ ਇਟ ਇਜ਼ ਪੋਸੀਬਲ, ਇਹ ਹੋ ਹੀ ਨਹੀਂ ਸਕਦਾ। ਕਿ ਮੈਂ ਉਹਨਾਂ ਨੂੰ ਦੱਸਿਆ ਵੀ ਇਹਦੇ ਵਿੱਚ ਅਰਬੀ ਵੀ ਆ, ਫਾਰਸੀ ਵੀ ਆ। ਹੁਣ ਮੈਂ ਕ੍ਰਾਸ ਕੁਐਸਚਨ ਨਹੀਂ ਕਰ ਸਕਦਾ, ਮੈਂ ਸਿਰਫ ਆਪਣੀ ਗੱਲ ਦੱਸ ਸਕਦਾ। ਮੰਨਣਾ ਨਾ ਮੰਨਣਾ ਉਹਨਾਂ ਦੀ ਗੱਲ। ਉਹਨਾਂ ਨੂੰ ਦਰਸ਼ਨ ਕਰਾਉਂਦਿਆਂ ਜਿਸ ਤਰ੍ਹਾਂ ਦਰਬਾਰ ਹਾਲ ਆ ਆਪਣਾ, ਇਹਦੇ ਨਾਲ ਇੱਕ ਹੋਰ ਹਾਲ ਬਣਾਇਆ ਹੈ। ਜਿਸ ਤਰ੍ਹਾਂ ਬਾਹਰ ਬਾਬਾ ਜੁਗਤ ਰਾਮ ਜੀ ਦੀ ਸਮਾਧ, ਇਸੇ ਤਰ੍ਹਾਂ ਹੀ ਉੱਥੇ ਇੱਕ ਨਾਲ ਹਾਲ ਬਣਾਇਆ, ਪਰ ਸਮਾਧ ਨਹੀਂ, ਪ੍ਰਕਾਸ਼ ਇੱਕ ਹੋਰ ਆ, ਜਿੱਥੇ ਸਹਿਜ ਪਾਠ ਹੁੰਦੇ ਆ, ਅਖੰਡ ਪਾਠ ਹੁੰਦੇ ਆ, ਜਾਂ ਹੋਰ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਹੁੰਦੇ। ਕੁਦਰਤੀ ਉੱਥੇ ਅਖੰਡ ਪਾਠ ਸਾਹਿਬ ਚੱਲ ਰਹੇ ਸੀ। ਭਾਈ ਅਰਵਿੰਦਰਪਾਲ ਸਿੰਘ ਉੱਥੇ ਅਖੰਡ ਪਾਠ ਦੀ ਰੌਲ 'ਤੇ ਬੈਠੇ ਸੀ, ਪਾਠ ਕਰ ਰਹੇ ਸੀ। ਉਹ ਬੀਬੀਆਂ ਅੰਦਰ ਬੜੀਆਂ ਅੰਦਰ ਜਦੋਂ ਪਹੁੰਚੀਆਂ, ਮੈਂ ਤੇ ਮੱਥਾ ਟੇਕਿਆ, ਉਹਨਾਂ ਨੇ ਨਹੀਂ ਟੇਕਿਆ। ਚੱਲਦੇ ਹੋਏ ਪਾਠ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੱਲਦੇ ਹੋਏ ਅਖੰਡ ਪਾਠ ਦੇ ਵਿੱਚੋਂ ਇੱਕ ਸ਼ਬਦ ਆਇਆ ਸਾਹਮਣੇ। ਉਹ ਸ਼ਬਦ ਸੀ, ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਫਾਰਸੀ ਬੋਲੀ ਦਾ ਸ਼ਬਦ। ਔਰ ਉਹ ਬੀਬੀਆਂ ਖੜੀਆਂ ਸੁੰਨ ਹੋ ਗਈਆਂ ਵੀ ਇਹ ਤੇ ਸਾਡੀ ਬੋਲੀ ਹੈ। 5 ਮਿੰਟ ਪਹਿਲਾਂ ਜਦੋਂ ਬਾਹਰ ਦਰਬਾਰ 'ਚ ਮੰਨ ਨਹੀਂ ਸੀ ਰਹੀਆਂ ਵੀ ਇਹ ਗੱਲ ਹੋ ਸਕਦੀ ਹੈ, ਅਤੇ ਜਦੋਂ ਉਹਨਾਂ ਪ੍ਰਤੱਖ ਵੇਖਿਆ, ਸੋ ਗੁਰੂ ਜਾਗਤ ਜੋਤ ਜਪੈ ਨਿਸ ਬਾਸੁਰ, ਜਾਗ ਰਹੀ, ਪ੍ਰਗਟ ਹੈ, ਪ੍ਰਤੱਖ ਹੈ। ਜਦੋਂ ਤੁਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹੋ ਅਤੇ ਗੁਰੂ ਵੀ ਤੁਹਾਡੇ ਲਈ ਬਾਹਾਂ ਖਿਲਾਰ ਕੇ ਬੈਠੇ। ਭਾਈ ਗੁਰਦਾਸ ਜੀ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਔਰ ਇਹ ਇਕੱਲੀਆਂ ਗੱਲਾਂ ਨਹੀਂ ਵੀ ਆਗੇ ਹੋਏ ਲੇਤ ਹੈ, ਪ੍ਰਤੱਖ ਹੈ। ਜੇ ਕਿਤੇ ਤੁਸੀਂ ਉੜੀਸਾ ਜਾਓ ਕਦੇ, ਤੇ ਉੱਥੇ ਇੱਕ ਜਗ੍ਹਾ ਵੇਦ ਵਿਆਸ, ਜਿੱਥੇ ਰਿਸ਼ੀ ਵੇਦ ਵਿਆਸ ਨੇ ਵੇਦ ਲਿਖੇ। ਉਹ ਨਦੀ ਦਾ ਹੀ ਨਾਂ ਵੇਦ ਵਿਆਸ ਹੈ। ਉੱਥੇ ਇੱਕ ਸ਼ਹਿਰ ਹੈ ਵੇਦ ਵਿਆਸ। ਮੈਂ ਉੱਥੇ ਗਿਆ,
ਗੁਰਦੁਆਰਾ ਸਾਹਿਬ ਨਦੀ ਦੇ ਕੋਲ ਬਣਿਆ ਹੋਇਆ, ਕਈ ਵਾਰੀ ਮੀਂਹ ਪੈ ਜਾਂਦਾ, ਪਾਣੀ ਦਰਿਆ ਦਾ ਭਰ ਜਾਂਦਾ, ਬਾਹਰ ਆ ਜਾਂਦਾ। ਇੱਕ ਉੱਥੇ ਬੀਬੀ ਅੰਮ੍ਰਿਤਸਰ ਦੀ, ਤੇ ਉਹ ਵਿਆਹ ਕੇ ਉੱਥੇ ਚਲੀ ਗਈ, ਤੇ ਉਹਨੂੰ ਕਿਹਾ ਵੀ, ਕਿਉਂਕਿ ਉਹ ਬੀਬੀ ਦੀ ਬਹੁਤ ਚਾਹਨਾ ਹੁੰਦੀ ਸੀ, ਨਵਾਂ ਨਵਾਂ ਵਿਆਹ ਹੋਇਆ ਤੇ ਗੁਰੂ ਘਰ ਨੇੜੇ, ਕਿਉਂਕਿ ਦਰਬਾਰ ਸਾਹਿਬ ਜਾਂਦੀ ਸੀ ਰੋਜ਼, ਉਹੀ ਆਦਤ ਸੀ, ਉਹ ਗੁਰਦੁਆਰਾ ਸਾਹਿਬ ਰੋਜ਼ ਚਲੇ ਜਾਇਆ ਕਰੇ, ਸਵੇਰੇ ਵੀ ਸ਼ਾਮ ਨੂੰ ਵੀ ਸੇਵਾ ਕਰਨ। ਕਦੇ ਝਾੜੂ ਮਾਰਿਆ ਕਰੇ, ਕਦੇ ਚਾਦਰਾਂ ਝਾੜਿਆ ਕਰੇ, ਕਦੇ ਲੰਗਰ ਦੇ ਵਿੱਚ ਸੇਵਾ ਕਰਨ ਲੱਗ ਜਾਇਆ ਕਰੇ। ਹੁਣ ਉਹਦੇ ਘਰ ਦੇ, ਉਹਨਾਂ ਦੇ ਘਰ 'ਚ ਤਾਂ ਇੱਦਾਂ ਦਾ ਹੈ ਨਹੀਂ ਸੀ ਕੋਈ ਬੰਦਾ ਵੀ ਜਿਹੜਾ ਗੁਰਦੁਆਰੇ ਸਵੇਰੇ ਸ਼ਾਮ ਜਾਵੇ। ਉਹ ਤਾਂ ਕਿਤੇ ਮੱਸਿਆ ਸੰਗਰਾਂਦ ਨੂੰ ਕਿਤੇ ਜਾਂਦੇ ਸੀ। ਉਹਨਾਂ ਬੀਬੀ ਨੂੰ ਬਿਠਾਇਆ, ਕਿਹਾ ਵੀ ਦੇਖ ਹੁਣ ਤੇਰਾ ਵਿਆਹ ਹੋ ਗਿਆ, ਉੱਥੇ ਦਰਬਾਰ ਸਾਹਿਬ ਜਾਂਦੀ ਸੀ, ਗੱਲ ਵੱਖਰੀ ਆ, ਪਰ ਹੁਣ ਇੱਥੇ ਤੂੰ ਗੁਰੂ ਘਰ ਨਹੀਂ ਜਾਇਆ ਕਰ। ਉਹ ਕਹਿੰਦੀ ਵੀ ਮੈਂ ਰਹਿ ਨਹੀਂ ਸਕਦੀ ਬਿਨਾਂ ਗੁਰੂ ਘਰ ਜਾਇਆ, ਵੀ ਮੈਨੂੰ ਤਾਂ ਗੁਰੂ ਵੱਲੋਂ ਆਵਾਜ਼ ਪੈਂਦੀ ਹੈ ਵੀ ਮੈਂ ਗੁਰੂ ਘਰ ਜਾਵਾਂ, ਸੇਵਾ ਕਰਾਂ ਰੋਜ਼ ਸੰਗਤ। ਕਤਕ ਹੋਵੇ ਸਾਧ ਸੰਗ, ਕਰਮ ਵੱਡਾ ਨਹੀਂ ਹੈ, ਵੱਡੀ ਗੁਰੂ ਦੀ ਕਿਰਪਾ ਹੈ। ਕਿਵੇਂ ਬਖਸ਼ਿਸ਼ ਕਿਵੇਂ ਹੁੰਦੀ? ਉਹਨਾਂ ਫਿਰ ਇੱਕ ਸ਼ਰਤ ਰੱਖਤੀ, ਕਹਿੰਦੇ ਵੀ ਠੀਕ ਆ, ਜੇ ਤੈਨੂੰ ਗੁਰੂ ਬੁਲਾਉਂਦਾ, ਤੇ ਜੇ ਤੂੰ ਗੁਰੂ ਨੂੰ ਬੁਲਾਵੇਂ ਤਾਂ ਗੁਰੂ ਤੇਰੇ ਕੋਲ ਆਊਗਾ। ਉਹਨਾਂ ਇਹ ਸਵਾਲ ਕਰਤਾ ਉਸ ਬੱਚੀ ਨੂੰ, ਕਹਿੰਦੀ ਹਾਂ, ਜੇ ਗੁਰੂ ਮੈਨੂੰ ਬੁਲਾਉਂਦੇ ਨੇ ਤੇ ਮੈਂ ਗੁਰੂ ਕੋਲ ਜਾਂਦੀ ਹਾਂ ਰੋਜ਼ ਸੇਵਾ ਕਰਨ, ਤੇ ਜੇ ਮੈਂ ਗੁਰੂ ਨੂੰ ਬੁਲਾਉਂਗੀ ਗੁਰੂ ਵੀ ਆਉਂਗੇ। ਉਹ ਕਹਿੰਦੇ ਪਰ ਦੱਸਣਾ ਨਹੀਂ ਕਿਸੇ ਨੂੰ, ਵੀ ਇੱਦਾਂ ਨਹੀਂ, ਪ੍ਰੋਗਰਾਮ ਨਹੀਂ ਬੁੱਕ ਕਰਕੇ ਆਉਣਾ ਵੀ ਇਸ ਤਰੀਕ ਦਾ ਤੁਹਾਡਾ ਵੀ ਤੁਸੀਂ ਆਉਣਾ ਘਰੇ ਮਹਾਰਾਜ ਨੂੰ ਲੈ ਕੇ, ਕਿਸੇ ਨੂੰ ਦੱਸਣਾ ਨਹੀਂ। 30 ਦਿਨ ਬੀਤ ਗਏ, 31 ਦਾ ਮਹੀਨਾ ਸੀ, 31ਵੇਂ ਦਿਨ ਉਹ ਬੀਬੀ ਗੁਰਦੁਆਰੇ ਨਹੀਂ ਗਈ, ਔਰ 30 ਦਿਨ ਉਸੇ ਨਿਰੰਤਰ ਸੇਵਾ ਦੇ ਵਿੱਚ ਜਾਂਦੀ ਰਹੀ। ਵੇਦ ਵਿਆਸ ਸ਼ਹਿਰ ਦੀ ਇਹ ਗਾਥਾ। ਜਦੋਂ 31ਵਾਂ ਦਿਨ ਚੜ੍ਹਿਆ, ਉਹ ਗੁਰਦੁਆਰੇ ਗਈ ਨਹੀਂ। ਅਖੀਰਲਾ ਦਿਨ ਸੀ, ਜਿੱਦਣ ਗੁਰੂ ਸਾਹਿਬ ਨੇ ਉਹਨੇ ਆਉਣ ਨੂੰ ਕਿਹਾ ਸੀ। ਅਰਦਾਸ 'ਚ ਰੋਜ਼ ਕਰਦੀ ਸੀ, ਸੇਵਾ ਵੀ ਕਰਦੀ। ਕੁਦਰਤੀ ਤਕਰੀਬਨ ਉੱਥੇ ਮੀਂਹ ਕਈ ਵਾਰੀ ਪੈਣ ਲੱਗ ਜੇ, ਫਿਰ ਹਟਦੀ ਹੀ ਨਹੀਂ। ਹਫ਼ਤਾ ਹੋ ਗਿਆ ਵੀ ਮੀਂਹ ਪੈਣੋਂ ਹਟਿਆ ਹੀ ਨਹੀਂ, ਹੌਲੀ 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 ਲੱਗਿਆ ਹੀ ਰਿਹਾ। ਕਦੇ ਸਵੇਰੇ ਪੈ ਜਾਏ, ਦੁਪਹਿਰ ਨੂੰ, ਫਿਰ ਰਾਤ ਨੂੰ। ਉਦਣ ਤਾਂ ਤਕਰੀਬਨ 24 ਘੰਟੇ ਮੀਂਹ ਹਟਿਆ ਹੀ ਨਹੀਂ। ਦਰਿਆ ਦਾ ਪਾਣੀ ਉੱਪਰ ਆ ਗਿਆ, ਉੱਪਰ ਇੰਨਾ ਆ ਗਿਆ ਵੀ ਗੁਰੂ ਘਰ ਗੁਰਦੁਆਰਾ ਸਾਹਿਬ ਵਿੱਚ ਵੜ ਗਿਆ ਸਾਰੇ ਦਾ ਸਾਰਾ ਪਾਣੀ। ਤਕਰੀਬਨ ਗੋਡੇ ਗੋਡੇ ਗੁਰਦੁਆਰਾ ਸਾਹਿਬ 'ਚ ਪਾਣੀ ਹੋ ਗਿਆ। ਹੁਣ ਗ੍ਰੰਥੀ ਸਿੰਘ ਸੀ, ਉਹਨੇ ਪ੍ਰਬੰਧਕਾਂ ਨੂੰ ਸੱਦ ਲਿਆ, ਕਹਿੰਦੇ ਵੀ ਹੁਣ ਗੁਰੂ ਸਾਹਿਬ ਦਾ ਸਰੂਪ ਕਿੱਥੇ ਲੈ ਕੇ ਜਾਈਏ, ਵੀ ਗੁਰਦੁਆਰਾ ਸਾਹਿਬ ਤਾਂ ਪਾਣੀ ਭਰ ਗਿਆ ਸਾਰਾ। ਹੁਣ ਜਿੰਨੇ ਪ੍ਰਬੰਧਕ ਸੀ ਉਹ ਆਪਸ 'ਚ ਕਹਿੰਦੇ ਵੀ ਹੁਣ ਕਿਹਦੇ ਘਰ ਲੈ ਕੇ ਜਾਈਏ ਮਹਾਰਾਜ ਦੇ ਪਾਵਨ ਸਰੂਪ। ਗ੍ਰੰਥੀ ਸਿੰਘ ਕਹਿੰਦੇ ਵੀ ਇੱਕ ਬੀਬੀ ਆਉਂਦੀ ਆ, ਵੀ ਉਹ ਬਹੁਤ ਸੇਵਾ ਕਰਦੀ, ਸਵੇਰੇ ਵੀ, ਸ਼ਾਮ ਨੂੰ ਵੀ, ਦੁਪਹਿਰ ਨੂੰ ਵੀ, ਉਹਨੂੰ ਟਾਈਮ ਮਿਲ ਜੇ ਤੇ ਆ ਜਾਂਦੀ ਹੈ। ਉਹ ਝਾੜੂ ਮਾਰਦੀ, ਚਾਦਰਾਂ ਝਾੜਦੀ, ਪੋਚੇ ਲਾਉਂਦੀ, ਨਿਸ਼ਾਨ ਸਾਹਿਬ ਧੋਂਦੀ, ਔਰ ਬੜੇ ਪਿਆਰ ਨਾਲ ਸੇਵਾ ਕਰਦੀ, ਵੀ ਆਪਾਂ ਉਹਦੇ ਘਰੇ ਲੈ ਚੱਲਦੇ। ਉਹ ਕਹਿੰਦੇ ਵੀ ਪੁੱਛ ਤਾਂ ਲਓ ਇੱਕ ਵਾਰੀ, ਹੋਰ ਤਾਂ ਉਹਨਾਂ ਦੇ ਘਰ 'ਚੋਂ ਕੋਈ ਆਉਂਦਾ ਨਹੀਂ। ਕਹਿੰਦੀ ਵੀ ਮੈਨੂੰ ਪਤਾ ਵੀ ਉੱਥੇ ਮਹਾਰਾਜ ਦਾ ਸਤਿਕਾਰ ਹੋਊਗਾ। ਇਹਨਾਂ ਗੱਡੀ ਦੇ ਵਿੱਚ ਮਹਾਰਾਜ ਦੇ ਸਰੂਪ ਰੱਖੇ, ਬਿਰਾਜਮਾਨ ਕੀਤੇ, ਤੇ ਉਸ ਬੀਬੀ ਦੇ ਘਰੇ ਲੈ ਗਏ। ਘਰ ਦੇ ਅੰਦਰ ਗੱਲਾਂ ਚੱਲ ਰਹੀਆਂ ਸੀ ਵੀ ਅੱਜ ਅਖੀਰਲਾ ਦਿਨ ਆ, ਵੀ ਤੂੰ ਤਾਂ ਉਹੀ ਕਹਿੰਦੀ ਸੀ ਵੀ ਦੇਖ ਲਾ ਅੱਜ ਗੁਰੂ ਤੇਰਾ ਕਿੱਥੇ ਆਇਆ। ਜਦੋਂ ਗੱਲਾਂ 'ਚ ਇੰਨੇ ਨੂੰ ਬਾਹਰ ਡੋਰਬੈਲ ਵੱਜੀ, ਤੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਆਗੇ ਹੋਏ ਲੈ। ਤਾਂ ਗੱਲਾਂ ਨਹੀਂ ਹੈ, ਜਦੋਂ ਕੋਈ ਸ਼ਰਧਾ ਵਿੱਚ ਡੁੱਬ ਕੇ ਗੁਰੂ ਦੀ ਸੇਵਾ ਵਿੱਚ ਜੁੜ ਜਾਂਦਾ, ਫਿਰ ਗੁਰੂ ਦੀ ਵੀ ਬਖਸ਼ਿਸ਼ ਉਸ ਉੱਤੇ ਓਨੀਓ ਹੁੰਦੀ ਹੈ। ਔਰ ਭਾਈ ਗੁਰਦਾਸ ਕਹਿੰਦੇ ਆ ਵੀ ਉਹ ਤੋਂ ਕਰੋੜਾਂ ਗੁਣਾ ਵੱਧ ਹੁੰਦੀ ਹੈ। ਭਾਵਨੀ ਭਗਤ ਭਾਏ ਕੌਡੀ, ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ, ਦਾਨ ਦੇਤ ਹੈ ਕਤਕ ਹੋਵੇ ਸਾਧ ਸੰਗਤਾ ਬਿਨਸੈ ਸਭੇ ਸੋਚ। ਫਿਰ ਜੀਵਨ ਦੀਆਂ ਸਾਰੀਆਂ ਸੋਚਾਂ ਹੀ ਸਮਾਪਤ ਹੋ ਜਾਣ। ਸੋ ਸੰਗਤ ਜਿਹੜੀ ਗੁਰੂ ਦੀ ਕਰਨੀ, ਗੁਰੂ ਦੀ ਬਾਣੀ ਦੀ ਕਰਨੀ, ਆਪ ਵੀ ਕਰਨੀ, ਆਪਣੇ ਬੱਚਿਆਂ ਨੂੰ ਵੀ ਕਰਾਉਣੀ। ਅੰਮ੍ਰਿਤ ਵੇਲੇ ਉੱਠੋ, ਜਦੋਂ ਵੀ ਤੁਹਾਡੀ ਜਾਗ ਖੁੱਲ੍ਹਦੀ ਉੱਠੋ, ਜਪਜੀ ਸਾਹਿਬ ਦਾ ਪਾਠ ਆਪਣੇ ਘਰ ਦੇ ਵਿੱਚ
ਲਾਓ, ਆਪ ਕਰੋ, ਆਪਣੇ ਬੱਚਿਆਂ ਨੂੰ ਕਰਾਓ। ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਸਿੱਖੋ, ਆਪਣੇ ਬੱਚਿਆਂ ਨੂੰ ਸਿਖਾਓ। ਇਹ ਤੁਹਾਡੇ ਜੀਵਨ ਦੇ ਅੰਦਰ ਗੁਰਬਾਣੀ ਫਿਰ ਐਸਾ ਟਿਕਾਵ ਲਿਆ ਦੂਗੀ ਵੀ ਬੱਚਾ ਜਾਂ ਤੁਸੀਂ ਫਿਰ ਡੋਲੋਗੇ, ਫਿਰ ਜੀਵਨ ਵਿੱਚ ਆਨੰਦ, ਕਿਉਂਕਿ ਸਤਿਗੁਰਾਂ ਦਾ ਬਚਨ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਜੀਵਨ ਵਿੱਚ ਆਨੰਦ ਹੀ ਆਨੰਦ ਪ੍ਰਗਟ ਹੋ ਜਾਊਗਾ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਬਖਸ਼ਿਸ਼ ਕਰਨ। ਇਹ ਜੋ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਔਰ ਕੱਤਕ ਦਾ ਮਹੀਨਾ ਚੜ੍ਹਿਆ, ਸਾਰਿਆਂ ਲਈ ਖੁਸ਼ੀਆਂ ਖੇੜੇ ਆਨੰਦ ਲੈ ਕਰ ਆਵੇ ਔਰ ਗੁਰੂ ਸਾਹਿਬ ਆਪਣੀ ਪਾਵਨ ਬਾਣੀ ਦੀ ਸੰਗਤ ਤੁਹਾਡੇ ਸਾਰਿਆਂ ਦੇ ਜੀਵਨ ਅੰਦਰ ਆਪ ਪ੍ਰਗਟ ਕਰ ਦੇਣ ਔਰ ਜੀਵਨ ਦੇ ਅੰਦਰ ਗੁਰਬਾਣੀ ਪ੍ਰਗਟ ਹੋ ਜਾਏ ਤੇ ਇਸ ਜੀਵਨ ਵਿੱਚ ਆਉਣਾ ਪ੍ਰਵਾਨ ਹੈ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੜ੍ਹਾਈ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ। ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾ ਤੇਰਾ ਸਭ ਕਿਛ ਹੈ, ਜਿਸ ਤੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸਾਤ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਬਿਟਹੁ, ਜਿਸ ਦੀਆ ਇਹ ਵਡਿਆਈਆ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੁ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ